वैसे अमेरिका के सदर की शक्ल किस तरह लगती थी? सर वो डांसर बहुत अच्छा जी। अच्छा हाँ ਉਹਦੇ ਡਾਂਸ ਵੀ ਹੈ ਬਹੁਤ ਅੱਛੇ। YouTube ਤੋਂ ਉਹਦੇ ਡਾਂਸ ਬਹੁਤ ਅੱਛੇ ਵੇ। ਬੇਸਿਕਲੀ ਉਹ ਡਾਂਸਰ ਸੀ। अच्छा ਉਹ ਸਾਡਾ ਫੈਸਲਾਬਾਦ 'ਚ ਹੀਰਾ ਗਰੁੱਪ ਹੈ ਸੀ ਡਾਂਸਰ। अच्छा ਉਹ ਮੈਨੂੰ ਲੱਗਦਾ ਉੱਥੋਂ ਕਿਤੋਂ ਉਹ ਨੱਸ ਕੇ ਗਿਆ। ਉਹਨਾਂ ਕੋਈ ਇਦਾਂ ਦੇ ਡਾਂਸਰ ਹੁੰਦੇ ਚਿੱਟੇ ਪਰਵਟਿਆਂ ਵਾਲੇ। ਹਾਂ ਸੱਚੀ ਸ਼ੁਕਰ ਹੈ ਤੁਹਾਡਾ ਹਾਸਾ ਤਾਂ ਨਿਕਲਿਆ ਜਦੋਂ ਤੁਸੀਂ ਬੈਠੇ ਤੁਸੀਂ ਹੱਸੇ ਹੀ ਨਹੀਂ ਸੀ। जो मैं चूंकि एंकर है ना, मैं तो सियासी गुफ्तगू कर रहा, तुसी अजीब जिहा तजिया कर रहे हो ना, मैं हसना मेरा जरूरी नहीं ਤੁਸੀਂ है। ਮੈਨੂੰ ਸਮਝ ਨਹੀਂ ਲੱਗਦੀ। ਤੁਸੀਂ ਇੱਕਦਮ ਮੈਂ ਗੱਲ ਕਰ ਰਿਹਾ ਟਮਾਟਰਾਂ ਦੀ, ਤੁਸੀਂ ਫੈਸਲਾਬਾਦ ਲੈ ਗਏ, ਫੈਸਲਾਬਾਦ ਤੋਂ ਰਾਣਾ ਸਾਹਿਬ ਤੋਂ ਤੁਸੀਂ ਸਿੱਧਾ ਮੈਨੂੰ ਅਮਰੀਕਾ ਦੇ ਸਦਰ ਲੈ ਗਏ। ਜਦੋਂ ਤੁਸੀਂ ਸ਼ੋਅ ਕਰਦੇ ਹੋ ਤੇ ਪੂਰੀ ਦੁਨੀਆ ਵੇਖਦੀ ਹੈ, ਤੁਸੀਂ ਜੋ ਤੁਹਾਡਾ ਦਿਲ ਕਰਦਾ ਤੁਸੀਂ ਚਲੇ ਜਾਂਦੇ ਹੋ, ਕਦੀ ਤੁਸੀਂ ਅੱਛਾ ਤੁਸੀਂ ਹੁਣ ਫਾਈਨਲ ਸਾਰੀ ਗੱਲ ਦੱਸੋ। ਤੁਸੀਂ ਮੈਨੂੰ ਤੁਹਾਡੇ ਕੋਲ ਕਿਹੜੀ ਐਸੀ ਗੱਲ ਹੈ ਜਿਹੜਾ ਮੈਂ ਤੁਹਾਨੂੰ ਜਵਾਬ ਦਿਆਂ? ਮੈਨੂੰ ਇਹ ਦੱਸ ਦਿਓ ਕਿ ਚਲੋ ਇੱਕ ਰੈਪਿਡ ਫਾਇਰ ਕਰ ਲੈਨੇ। ਤੁਹਾਨੂੰ ਇਹ ਦੱਸੋ ਜ਼ਰਦਾਰੀ ਸਾਹਿਬ ਦਾ ਮੂੰਹ ਵੇਖ ਕੇ ਤੁਹਾਨੂੰ ਕੀ ਖਿਆਲ ਕੀ ਆਉਂਦਾ, ਯਾਦ ਕੀ ਆਉਂਦੀ ਹੈ? ਉਹ ਮੈਨੂੰ ਉਹਨਾਂ ਦਾ ਮੂੰਹ ਵੇਖ ਕੇ ਮੈਨੂੰ ਗ੍ਰੇਟ ਯਾਦ ਆਉਂਦਾ। Great। ਮੈਂ ਸ਼ਬਾਜ਼ ਸ਼ਰੀਫ ਨੂੰ ਵੇਖੋ ਤੇ ਕੀ ਜ਼ਿਹਨ ਚ ਆਉਂਦਾ? ਸ਼ਬਾਜ਼ ਸ਼ਰੀਫ ਨੂੰ ਮੈਨੂੰ ਬਾਰਿਸ਼ਾਂ ਯਾਦ ਆਉਂਦੀਆਂ, ਵੱਡੇ ਬੂਟ ਯਾਦ ਆਉਂਦੇ। ਹਾਂ ਤੇ ਇਮਰਾਨ ਖਾਨ ਨੂੰ ਵੇਖ ਕੇ ਮੈਨੂੰ ਉਹ ਯਾਦ ਆਉਂਦੀ ਜਿਹੜੀ ਪਹਿਲੀ ਬੁੱਢੀ ਨਹੀਂ ਸੀ ਯਾਰ, ਭਾਬੀ ਸਾਡੀ ਸੀ ਰਿਆਮ ਖਾਨ। ਹਾਂ ਜੇ ਜਮੈਮਾ ਦੀ ਗੱਲ ਕਰ ਰਹੇ ਨਹੀਂ ਜਿਹੜੀ ਇਸ ਤੋਂ ਪਹਿਲੀ ਸੀ। ਤੇ ਉਹ ਕਾਇਮ ਅਲੀ ਸ਼ਾਹ, ਉਹ ਇਨਸ਼ਾਅੱਲਾ ਕਾਇਮ ਰਹੇਗਾ ਅਲੀ ਸ਼ਾਹ, ਕਾਇਮ ਦائم ਰਹਿਣਗੇ। ਹਾਂ ਤੇ ਬਿਲਾਵਲ ਬਿਲਾਵਲ ਤੇ ਮੈਂ ਤੁਹਾਨੂੰ ਦੱਸਿਆ ਨਹੀਂ। ਬਿਲਾਵਲ ਤੇ ਚੀਸਾ ਲੂਰਾ ਹੈ ਕਸਮ। ਇਹ ਕੀ ਹੁੰਦਾ ਚੀਸਾ ਲੂਰਾ? ਚੀਸਾ ਲੂਰਾ ਮਤਲਬ ਬੜਾ ਸੌਫਟ ਔਰ ਬੜਾ ਕਮਾਲ ਬੱਚਾ। ਇਹ ਤੁਸੀਂ ਮੇਰੇ ਤੋਂ ਜ਼ਿਆਦਾ ਤੁਹਾਨੂੰ ਸ਼ੇਖ ਰਸ਼ੀਦ ਸਾਹਿਬ ਦੱਸਣਗੇ। ਤੇ ਸ਼ੇਖ ਸਾਹਿਬ ਤਾਂ ਬਿਮਾਰ ਨੇ ਅੱਜ ਕੱਲ੍ਹ, ਫਾਰਿਗ ਹੋ ਗਏ। ਸਾਰੋ ਬਿਮਾਰ ਇਸੇ ਤੋਂ ਹੀ ਨੇ ਨਾ। ਉਹ ਇਸ਼ਕੇ ਬਿਮਾਰੇ ਇਸ਼ਕ ਨੇ। ਬਿਲਾਵਲ ਹਾਂਜੀ ਬਿਲਾਵਲ ਬਿਮਾਰੇ ਇਸ਼ਕ। हाँ। ਇਹ ਵੈਸੇ ਅੱਛਾ ਸੈਂਟੈਂਸ। बिलावल के बीमारे इश्क है वो। यस ਸ਼ੇਖ ਰਸ਼ੀਦ ਉਰਫ ਬਿਮਾਰੇ ਇਸ਼ਕ ਬਿਲਾਵਲ। हाँ ਇੰਜ ਵੀ ਕਹਿ ਸਕਦੇ। ओहो बिलावल ठाठ भी ਹੁੰਦਾ ਤੁਹਾਨੂੰ ਪਤਾ ਇੱਕ ਮੌਸੀਕੀ 'ਚ। ਉਹ ਉਹਨਾਂ ਦੇ ਅੰਦਰ ਆਉਂਦਾ ਹੋਏਗਾ ਉਹ ਠਾਠ। ਹਾਂ ਬਿਲਾਵਲ ਉਹ ਠਾਠਾ ਮਾਰ ਰਿਹਾ। ਠਾਠਾ ਮਾਰ। ਹਾਂ ਤੇ ਚੌਧਰੀ ਸ਼ੁਜਾਤ ਉਹਨਾਂ ਦਾ ਮੈਨੂੰ ਨਹੀਂ ਪਤਾ, ਮੈਂ ਕੋਈ ਦੱਸ ਨਹੀਂ ਸਕਦਾ। ਵੈਸੇ ਮਿੱਟੀ ਚੰਗੀ ਪਵਾਉਂਦੇ ਨੇ ਕਿਸੇ ਵੀ ਕੰਮ ਦੇ ਉੱਤੇ। ਬਹੁਤ ਅੱਛਾ ਗੱਲ ਕਰਨਾ ਸਾਹਿਬ, ਬਹੁਤ ਅੱਛਾ ਲੱਗਦਾ। ਹਾਂ ਚੌਧਰੀ ਸ਼ੁਜਾਤ ਸਾਹਿਬ ਦੇ ਨਾ ਸੌਫਟ ਆਦਮੀ ਨੇ। ਵੈਸੇ ਮੈਨੂੰ ਸਿਆਸਤ ਦੇ ਵਿੱਚ ਅਗਰ ਕੋਈ ਪਾਰਟੀ ਪਸੰਦ ਹੈ ਨਾ, ਕਾਫ ਲੀਗ ਪਸੰਦ ਹੈ। ਅੱਛਾ ਹਾਂਜੀ ਕੀ ਵਜ੍ਹਾ ਹੈ ਤੁਹਾਨੂੰ ਪਸੰਦ? ਸਰ ਉਹਨਾਂ ਦਾ ਅੱਜ ਤੱਕ ਮੈਂ ਨਾ ਉਹਨਾਂ ਦੇ ਮੂੰਹ ਕੋਈ ਐਸੀ ਗੱਲ ਨਹੀਂ ਸੁਣੀ ਜਿਹੜੀ ਕਿ ਮੈਨੂੰ ਦੋਗਲੀ ਲੱਗੀ ਹੋਵੇ, ਨਾ ਪਰਵੇਜ਼ ਲਾਈ ਸਾਹਿਬ ਦੇ ਨਾ ਚੌਧਰੀ ਸ਼ੁਜਾਤ ਸਾਹਿਬ ਦੇ। ਮਤਲਬ ਮੈਨੂੰ ਇੱਕ ਨਾਪੀ ਤੋਲੀ ਗੁਫ਼ਤਗੂ ਲੱਗਦੀ ਉਹਨਾਂ ਦੀ। ਐਜ਼ ਏ ਮੈਂ ਆਪਣੀ ਇੱਕ ਜ਼ਾਤੀ ਤੁਹਾਨੂੰ ਰਾਏ ਦੇ ਰਿਹਾ। ਮੈਨੂੰ ਉਹਨਾਂ ਦੀ ਇੱਕ ਨਾਪੀ ਤੋਲੀ ਗੁਫ਼ਤਗੂ ਲੱਗਦੀ ਹੈ। ਅੱਗੋਂ ਜਿੱਦਾਂ ਦੇ ਮਰਜ਼ੀ ਬੰਦੇ ਨੇ, ਅੰਦਰ ਦਾ ਮੈਨੇਜਰ ਜੱਟ ਬੰਦੇ ਨੇ, ਪੱਕੀ ਪੀੜੀ ਗੱਲ। ਹਾਂ ਮਤਲਬ ਨਾਪੀ ਤੋਲੀ ਇੱਕ ਟੈਂਪੋ 'ਚ ਗੁਫ਼ਤਗੂ ਲੱਗਦੀ ਉਹਨਾਂ ਦੀ, ਇੱਕ ਸੁਰ 'ਚ ਲਹਿ 'ਚ ਪੂਰੀ। ਇਹ ਨਹੀਂ ਕਿ ਵੀ ਬਡਾਰ ਕੋਈ ਗੱਲ ਇੱਧਰ ਕਰਤੀ ਕੋਈ ਇੱਧਰ ਕਰਤੀ, ਯਾਨੀ ਕਿ ਪੂਰੀ ਇੱਕ ਹਰ ਚੀਜ਼ ਨੋਕ ਝੋਂਕ ਦਾ ਖਿਆਲ ਰੱਖ ਕੇ ਉਹ ਗੱਲ ਕਰਦੇ ਨੇ। ਔਰ ਉਹਨਾਂ ਦੀ ਕੋਈ ਐਸੀ ਵੱਡੀ ਗੱਲ ਵੀ ਨਹੀਂ। ਦੇਖੋ ਨਾ ਤੁਸੀਂ ਪਨਾਮਾ, ਹਾਂ ਉਹਦੇ ਵਿੱਚ ਵੀ ਕੋਈ ਉਹਨਾਂ ਦਾ ਸਿਲਸਿਲਾ ਨਹੀਂ, ਬਾਕੀ ਵੀ ਕੋਈ ਨਹੀਂ, ਕੋਈ ਉਹਨਾਂ ਨੂੰ ਰਗੜਿਆ ਨਹੀਂ। ਹਾਲਾਂਕਿ ਸਾਰਾ ਕੁਝ ਕੀਤਾ ਉਹਨਾਂ ਨੇ, ਲੇਕਿਨ ਨਹੀਂ ਆਇਆ। ਇਹ ਜੇ ਤੁਹਾਨੂੰ ਸਾਰਾ ਪਤਾ ਸੀ ਤੇ ਮੈਨੂੰ ਤੁਸੀਂ ਇੱਥੇ ਮੈਂਗੋ ਲੈਣ ਲਈ ਬੁਲਾਇਆ? ਨਹੀਂ, ਮੈਂ ਕਿਹਾ ਤੁਸੀਂ ਬਿਹਤਰ ਐਕਸਪਲੇਨ ਕਰ ਸਕਦੇ ਹੋ। ਮੈਂ ਸ਼ਾਇਦ ਇੱਕ ਟਰਾਈ ਕੀਤੀ ਹੈ। ਨਹੀਂ ਐਕਸਪਲੇਨ ਮੈਂ ਬਿਹਤਰ ਕਰ ਰਿਹਾ, ਤੁਸੀਂ ਰੋਕ ਕੇ ਮੈਨੂੰ ਮੇਰੇ ਤੋਂ ਵੀ ਬਿਹਤਰ ਕਰਨ ਲੱਗ ਪਏ। ਵੇਖੋ ਮੈਂ ਸਮਝਿਆ ਹੈ ਕਿ ਤੁਸੀਂ ਸ਼ਾਇਦ ਚੁੱਕੇ ਆਵਾਮ ਨਾਲ ਜ਼ਿਆਦਾ। ਮੈਂ ਸਰ ਮੈਨੂੰ ਉਹ ਬੰਦੇ ਬਹੁਤ ਅੱਛੇ ਲੱਗਦੇ ਨੇ। ਚੌਧਰੀ ਨਹੀਂ ਚੌਧਰੀ ਸ਼ੁਜਾਤ ਵਾਲੇ ਚੌਧਰੀ। ਹਾਂ ਉਹੀ ਨਾ। ਹਾਂ ਉਹ ਨਜ਼ਰਿਆਤੀ ਤੌਰ ਤੇ ਤੁਹਾਨੂੰ ਹਾਂ ਮੈਨੂੰ ਉਹ ਬੰਦੇ ਅੱਛੇ ਲੱਗਦੇ ਨੇ। ਮੈਨੂੰ ਲੱਗ ਰਿਹਾ ਉਹਨਾਂ ਦਾ ਵੇ ਆਫ ਪੋਲਿਟਿਕਸ ਜਿਹੜਾ ਉਹ ਤੁਹਾਨੂੰ ਪਸੰਦ ਹੈ। ਹਾਂਜੀ ਉਹ ਮੱਖੀ ਨੂੰ ਛੱਡ ਦਿਓ ਤੁਸੀਂ, ਉਹਨੂੰ ਵੀ ਕਹੋ ਨਾ ਮੈਨੂੰ ਛੱਡ ਦੇਵੇ। ਉਹ ਚਲੋ ਉਹਨੇ ਮੇਰੀ ਨਹੀਂ ਸੁਣਨੀ, ਉਹ ਮੇਰੀ ਸੁਣਦੀ ਤੇ ਫਿਰ ਨਾ ਹੁੰਦੀ ਨਾ ਇੱਥੇ। ਚਲੋ ਉਹ ਆਈ ਹੈ, ਚਲੋ ਉਹ ਚਲੀ ਗਈ। ਹਾਂਜੀ ਕੋਈ ਇੱਕ ਸੋਲੂਸ਼ਨ ਦੇ ਦਿਓ ਕਿ ਪਾਕਿਸਤਾਨ ਦੇ ਮਸਲਿਆਂ ਦਾ ਇੱਕ ਇਹ ਕੰਮ ਕੀਤਾ ਜਾਏ ਤੇ ਹੱਲ ਹੋ ਜਾਏਗਾ ਬਸ ਪੂਰਾ। ਮੈਂ ਤੁਹਾਨੂੰ ਸਰ ਦੱਸ ਦਿੰਦਾ ਸਰ। ਗੱਲ ਇਹ ਆ ਕਿ ਕੀ ਹੱਲ ਕਰਨਾ ਚਾਹੁੰਦੇ ਪਾਕਿਸਤਾਨ 'ਚ? ਤਾਂ ਬਹੁਤ ਰੌਲੇ ਨੇ। ਮਤਲਬ ਤੁਸੀਂ ਮਹਿੰਗਾਈ ਖਤਮ ਕਰਨਾ ਚਾਹੁੰਦੇ ਜੇ, ਤੁਸੀਂ ਮਤਲਬ ਕਿਸ ਕੈਟਾਗਰੀ ਨੂੰ ਠੀਕ ਕਰਨਾ ਚਾਹ ਰਹੇ ਜੇ ਕਿ ਥਰੂ ਆਊਟ? ਮੈਂ ਕਹਿੰਦਾ ਕਿ ਜਿੰਨੇ ਮਸਲੇ ਨੇ ਨਾ, ਅੱਜ ਜਾਨੀ ਸਟੇਟ ਵੇ ਪ੍ਰੋਗਰਾਮ ਵਿੱਚ ਦੱਸ ਦੇਵੇ ਕਿ ਯਾਰ ਇਹ ਹੋ ਜਾਏ ਨਾ ਤੇ ਜੰਨਤ ਬਣ ਜਾਏ। ਜੰਨਤ ਬਣ ਜਾਏ। ਤੇ ਤੁਸੀਂ ਇੱਥੇ ਮਿਹਨਤ ਜ਼ਰੂਰ ਕਰਨੀ। ਤੁਸੀਂ ਮਰੋ ਤੇ ਵੈਸੇ ਹੀ ਜੰਨਤ 'ਚ ਜਾਓ ਸਿੱਧੇ। ਤੁਸੀਂ ਤੇ ਪਹੁੰਚੋ ਨਾ, ਅਸੀਂ ਸਾਡਾ ਅੱਲਾ ਵਾਰਸ। ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਸਾਰਿਆਂ ਨੂੰ ਮਰਨਾ ਪਏਗਾ? ਸਰ ਤੁਸੀਂ ਜੰਨਤ ਕਿੱਥੇ, ਸਾਰਿਆਂ ਨੂੰ ਮਰਨਾ ਨਹੀਂ ਪਏਗਾ। ਇਦਾਂ ਹੁੰਦਾ ਦੁਨੀਆ ਦਾ ਕਿਹੜਾ ਮੁਲਕ ਆ ਜਿਹੜਾ ਜੰਨਤ ਵਰਗਾ? ਜੰਨਤ 'ਚ ਦੁੱਧ ਦੀਆਂ ਨਹਿਰਾਂ ਹੁੰਦੀਆਂ ਨੇ, ਇੱਥੇ ਨਹਿਰਾਂ 'ਚ ਗੋਇਆ ਫਿਰ ਰਿਹਾ ਹੁੰਦਾ। ਉਹ ਸਾਡੀਆਂ 'ਚ ਨੇ ਨਾ, ਬਾਹਰ ਵਾਲੀਆਂ ਨਹਿਰਾਂ 'ਚ ਨਹੀਂ ਹੁੰਦਾ। ਬਾਹਰ ਵਾਲੀਆਂ 'ਚ ਵੀ ਹੁੰਦਾ ਸਰ, ਉਹ ਚਲੋ ਨਾ ਵੀ ਹੋਵੇ, ਲੇਕਿਨ ਹਰ ਮੁਲਕ 'ਚ ਕੋਈ ਨਾ ਕੋਈ ਮਸਾਇਲ ਹੁੰਦੇ ਨੇ। ਅੱਛਾ ਅੱਗੇ ਅਸੀਂ ਗੱਲ ਕਰ ਰਹੇ ਸਾਂ ਕਿ ਸ਼ਕਲਾਂ ਵੇਖ ਕੇ, ਤੇ ਇਹ ਨਰਿੰਦਰ ਮੋਦੀ ਨੂੰ ਵੇਖ ਕੇ ਤੁਹਾਨੂੰ ਕੀ ਸਰ? ਉਹ ਤਾਂ ਮੈਂ ਤੋਬਾ ਉਹ ਨਰਿੰਦਰ ਮੋਦੀ ਹੋ ਜਾਣਾ ਉਹਨੇ ਇਨਸ਼ਾਅੱਲਾ ਅਨਕਰੀਬ। ਅੱਛਾ ਹਾਂ ਬਿਲਕੁਲ। ਹਾਂ ਨਹੀਂ ਉਹਦੇ ਜਿਹੜੇ ਕੱਪੜੇ ਪਾਉਂਦਾ ਪਜਾਮਾ ਤੇ ਉੱਤੇ ਸਰ ਬੇਸਿਕਲੀ ਉਹ ਚਾਹ ਵਾਲਾ ਬੱਚਾ ਹੈ।
ਇਹ ਸੱਚੀ ਗੱਲ ਹੈ ਵੈਸੇ? ਹਾਂਜੀ ਸਰ ਜੈਨਮਨ ਲਓ ਔਰ ਕਿਧਰੇ ਪੀਤੀ ਤੁਸੀਂ ਜਾ ਕੇ? ਸਰ ਪੀਤੀ ਨਹੀਂ, ਮਤਲਬ ਤੁਸੀਂ ਉਹਦੀਆਂ ਤਸਵੀਰਾਂ ਹੈ ਨੇ, ਉਹਦੀਆਂ ਪਿਕਚਰਸ, ਉਹਦਾ ਡਾਟਾ ਹੈਗਾ ਉੱਥੇ। ਨਹੀਂ ਤੇ ਹੁਣ ਜਦੋਂ ਉਹ ਪ੍ਰਾਈਮ ਮਿਨਿਸਟਰ ਬਣਿਆ ਤੇ ਹੁਣ ਤੇ ਉਹ ਚਾਹ ਵਾਲਾ ਨਹੀਂ ਸਰ ਰਿਹਾ। ਉਹ ਬਣ ਸਕਦਾ ਬੰਦਾ, ਉਹ ਕੋਈ ਤੁਸੀਂ ਉਹਨੂੰ ਮਹੱਲੇ 'ਚ ਕੈਂਚੀਆਂ ਉਸ ਤਰ੍ਹਾਂ ਤੇਜ਼ ਕਰਦੇ ਰਹੇ ਜੇ ਸਾਈਕਲ ਤੇ, ਅੱਜ ਤੁਸੀਂ ਐਂਕਰ ਬਣ ਗਏ। ਇਹ ਤੇ ਚਲੋ ਅੱਲਾਹ ਤਾਲਾ ਦੀ ਮਰਜ਼ੀ ਹੈ ਨਾ, ਉਹਦੀ ਵੀ ਮਰਜ਼ੀ ਸੀ। ਤੇ ਹੁਣ ਉਹ ਚਾਹ ਵਾਲਾ ਬਣ ਸਕਦਾ। ਚਾਹ ਵਾਲਾ ਕੀ ਮਤਲਬ ਗੂੰਗਾ ਹੁੰਦਾ? ਚਾਹ ਵਾਲਾ ਬਾਅਦ 'ਚ ਤਰੱਕੀ ਕਰ ਸਕਦਾ। ਬਿਲ ਗੇਟਸ ਦੇਖੋ ਤੁਸੀਂ, ਹਾਂ ਬਿਲ ਗੇਟਸ ਦੇਖੋ, ਨਾਲਾਇਕ ਸਟੂਡੈਂਟ ਸੀ ਸਕੂਲੋਂ ਫੁੱਟਣ ਵਾਲਾ, ਅੱਜ ਦੇਖੋ ਕਿੱਥੇ ਪਹੁੰਚਿਆ। ਬੜੇ ਐਸੇ ਬੰਦੇ ਨੇ। ਹਿਟਲਰ ਦੇਖੋ ਜੁੱਤੀਆਂ ਪਾਲਿਸ਼ ਕਰਦਾ ਹੁੰਦਾ ਸੀ, ਬਣਿਆ ਕਿ ਨਹੀਂ ਹਿਟਲਰ? ਤਾਰੀਖ ਵਿੱਚ ਉਹਦਾ ਨਾਮ ਹੈ। ਔਰ ਉਹ ਬੂਟ ਪਾਲਿਸ਼ ਕਰਦਾ ਸੀ ਹਿਟਲਰ, ਤੁਹਾਨੂੰ ਪਤਾ ਇਹਦਾ? ਸਜਾਦ ਜਾਨੀ ਦੇਖੋ, ਮਤਲਬ ਸ਼ੁਰੂ ਤੋਂ ਜਗੀਰਦਾਰ ਤੇ ਉਧਰੋਂ ਹਟ ਕੇ ਤੇ ਹੁਣ ਮਤਲਬ ਚਲੋ ਜੋ ਵੀ ਹੈ, ਚਲੋ ਇਹਦੇ ਤੇ ਮੈਂ ਨਹੀਂ। ਤੁਸੀਂ ਹਿਟਲਰ ਤੋਂ ਫੌਰਨ ਬਾਅਦ ਸਜਾਦ ਜਾਨੀ ਵੇਖੋ ਨਾ, ਮੈਂ ਆਪਣੇ ਮੈਂਟਲ ਲੈਵਲ ਦੀ ਗੱਲ ਕਰਨੀ, ਤੁਸੀਂ ਆਪਣੇ ਤੁਸੀਂ ਪੁੱਛੋ ਕਿ ਹਿਟਲਰ ਨੂੰ ਤੁਸੀਂ ਕੋਟ ਕਰ ਰਹੇ ਹੋ, ਵਰਲਡ ਵਾਰ 2, ਹਿਟਲਰ, ਨਾਜ਼ੀ ਫੌਜ, ਜਰਮਨੀ। ਨਹੀਂ, ਤੁਸੀਂ ਹਿਟਲਰ ਤੋਂ ਬਾਅਦ ਟੀਪੂ ਸੁਲਤਾਨ ਨੂੰ ਕਰੋ, ਕੋਈ ਲੈਵਲ ਵੀ ਤੇ ਆਵੇ ਨਾ ਕੋਈ। ਤੁਸੀਂ ਹਿਟਲਰ ਤੋਂ ਬਾਅਦ ਸਜਾਦ ਜਾਨੀ। ਨਹੀਂ, ਮੈਂ ਸਮਝਦਾ ਕਿ ਸਾਡੀ ਜਿਹੜੀ ਮੀਡੀਆ ਦੀ ਫੀਲਡ ਉਹਦੇ ਸਜਾਦ ਜਾਨੀ ਵੀ ਹਿਟਲਰ ਹੈ, ਕਾਮੇਡੀ ਦਾ ਹਿਟਲਰ। ਹਾਂ, ਜਿਹਨੇ ਸਟੇਜ ਤੇ ਟੀਵੀ 'ਚੋਂ ਕਾਮੇਡੀ ਨੂੰ ਕੱਢ ਕੇ ਤੇ ਗਲੀਆਂ 'ਚ ਲੈ ਕੇ ਗਿਆ, ਉਹ ਆਪਣੇ ਕੰਮ ਦਾ ਹਿਟਲਰ ਹੈ। ਮੈਂ ਤੇ ਇਹੀ ਕਿਹਾ, ਮੈਂ ਕੋਈ ਗਲਤ ਨਹੀਂ ਕੀਤਾ। ਚਲੋ ਠੀਕ ਹੈ ਸਰ, ਹੈ ਨਾ? ਠੀਕ। ਤੇ ਇਹ ਅੱਜ ਕੱਲ ਹਾਲਾਤ, ਆਵਾਮ ਪਰੇਸ਼ਾਨ ਹੈ ਸਰ। ਆਵਾਮ ਪਰੇਸ਼ਾਨ ਹੈ ਨਾ। ਮੈਂ ਤੁਹਾਨੂੰ ਜੈਨੂਇਨ ਗੱਲ ਦੱਸਾਂ, ਮਜ਼ਾਕ ਬਹੁਤ ਹੋ ਗਿਆ, ਸ਼ੁਗਲ ਮੇਲਾ ਵੀ ਬਹੁਤ ਅਸੀਂ ਕਰ ਲਿਆ, ਹੁਣ ਸੀਰੀਅਸ ਗੱਲਾਂ ਥੋੜ੍ਹੀਆਂ ਜਿਹੀਆਂ ਕਰ ਲਈਏ ਕਿ ਜੀ ਵੇਟ ਕਰੋ। ਆਹੋ, ਮੈਂ ਕੋਈ 300 ਵਾਰੀ ਵੇਟ ਕਰ ਲਿਆ, ਮੇਰਾ 83 ਕਿਲੋ ਸੀ, ਹੁਣ 84 ਕਿਲੋ ਹੋ ਗਿਆ। ਉਹ ਵਾਲਾ weight ਨਹੀਂ ਜੇ ਕਹਿ ਰਹੇ। ਹਾਂ, ਕਿਹੜਾ ਕਹਿ ਰਹੇ ਨੇ? ਤੁਸੀਂ ਮਸ਼ੀਨ ਤੇ ਚੜ ਜਾਂਦੇ ਹੋ। ਮੈਂ ਕਹਿੰਦੇ ਇੰਤਜ਼ਾਰ ਕਰੋ। ਅੱਛਾ, ਇੰਤਜ਼ਾਰ ਕਰੋ। ਆਹੋ, ਉਹ ਮੈਂ ਜਿਹਨੂੰ ਕਿਹਾ ਯਾਰ ਹਾਲਾਤ ਕਦੋਂ, ਕਹਿੰਦੇ ਵੇਟ ਕਰ। ਮੈਂ ਵੇਟ ਕੀਤਾ, 79 ਕਿਲੋ ਸੀ ਜਦੋਂ ਮੈਂ ਕਰਨਾ ਸ਼ੁਰੂ ਕੀਤਾ, 83 ਹੋ ਗਿਆ। ਹਾਲਾਤ ਉਦਾਂ ਹੀ ਨੇ। ਮੈਂ ਗੱਲ ਨੂੰ ਸਮਝਦੇ, ਮੈਂ ਉਹਨੂੰ 1750 ਰੁਪਇਆ ਵਟਾਤਾ ਵੇਟ ਵਾਲੇ ਨੂੰ 1 ਸਾਲ 'ਚ। ਉਹ 10 ਰੁਪਏ ਲੈਂਦਾ ਸੀ, ਹੁਣ 20 ਮੰਗਣ ਲੱਗ ਪਿਆ, ਕਹਿੰਦਾ ਤੇਰਾ ਤਾਂ ਰੋਜ਼ ਦਾ ਹੀ ਕੰਮ ਹੈ। ਮੈਂ ਕਿਹਾ ਹਾਲਾਤ ਨਹੀਂ ਠੀਕ ਕਰਨੇ ਮੁਲਕ ਦੇ, ਵੇਟ ਕਰ। ਭੈਣ ਇਦਾਂ ਕੀ ਵੇਖ ਰਹੇ ਤੁਸੀਂ? ਇੰਤਜ਼ਾਰ ਕਰੋ। ਇਮਰਾਨ ਖਾਨ ਸਾਹਿਬ ਔਰ ਗਵਰਨਮੈਂਟ ਜਿਹੜੀ ਹੈ, ਉਹ ਵੇਖ ਲਓ, ਵੇਟ ਕਰ ਕਰਕੇ 1700 ਰੁਪਇਆ ਵੇਟ ਮਸ਼ੀਨ ਵਾਲੇ ਨੂੰ ਦੇ ਚੁੱਕੇ ਨੇ। ਕਿੰਨਾ ਕੁ ਵੇਟ? ਪਤਾ 6 ਮਹੀਨੇ ਕਹਿੰਦੇ ਸਨ, ਹੁਣ 1.5 ਸਾਲ ਹੋ ਗਿਆ। ਮੈਂ ਤੁਹਾਨੂੰ ਇਮਰਾਨ ਖਾਨ ਸਾਹਿਬ ਦੀ ਜੈਨੂਇਨ ਇੱਕ ਗੱਲ ਦੱਸਦਾ। ਸ਼ੁਗਲ ਜੀ, ਮੇਰੇ ਮੂੰਹ ਅੱਛੀ ਗੱਲ ਨਿਕਲਣ ਲੱਗੀ ਹੈ। ਮੈਂ ਤੁਹਾਨੂੰ ਇਮਰਾਨ ਖਾਨ ਸਾਹਿਬ ਦੀ ਇੱਕ ਜੈਨੂਇਨ ਗੱਲ ਦੱਸਦਾ। ਸ਼ੁਗਲ ਜੀ, ਮੈਂ ਤੁਹਾਨੂੰ ਇੱਕ ਪਤੇ ਦੀ ਗੱਲ ਦੇਣੀ, ਕਿਉਂਕਿ ਮੈਂ ਜਿੱਥੇ ਬਹਿਣਾ ਮੈਂ ਇੱਕ ਪਤੇ ਦੀ ਗੱਲ ਦੇ ਜਾਂਦਾ ਹੁੰਦਾ। ਇਹ ਮੇਰੀ ਆਦਤ। ਦੇ ਦਿਓ ਫਿਰ। ਅੱਜ ਮੈਂ ਦੇਣ ਲੱਗਾ। ਅਸਲ 'ਚ ਰੌਲਾ ਇਹ ਹੈ, ਇਮਰਾਨ ਖਾਨ ਸਾਹਿਬ ਨਾਲ ਹੋਇਆ ਪਤਾ ਕੀ ਹੈ, ਕਿ ਜਿਵੇਂ ਇੱਕ ਘਰ ਦੇ ਬਾਹਰ ਅਸੀਂ ਦੋਵੇਂ ਬੰਦੇ ਖੜੇ ਹੋਈਏ, ਸਾਨੂੰ ਉਸ ਘਰ ਦੇ ਅੰਦਰ ਦੇ ਹਾਲਾਤ ਦਾ ਨਾ ਪਤਾ ਹੋਵੇ। ਤੁਹਾਡਾ ਘਰ ਆ ਜਾਂ ਮੇਰਾ ਘਰ ਆ, ਮਤਲਬ ਤੁਹਾਡਾ ਘਰ ਆ, ਮੈਂ ਤੁਹਾਨੂੰ ਕਹਾਂ ਯਾਰ ਤੁਹਾਡੇ ਕੋਲ ਘਰ ਕਿਉਂ ਨਹੀਂ ਤੇਰੇ ਕੋਲ ਚੱਲਣ ਦਿਆ, ਤੇਰੇ ਬੱਚੇ ਵੀ ਨਹੀਂ ਸਕੂਲ ਜਾ ਰਹੇ, ਘਰ ਵੀ ਤੇਰਾ ਮਾੜਾ, ਇਹ ਬਲਬ ਫਿਊਜ਼ ਹੋਏ ਨੇ, ਤੁਸੀਂ ਅੱਗੋਂ ਮੈਨੂੰ ਕਹੋ ਯਾਰ ਤੈਨੂੰ ਨਹੀਂ ਪਤਾ, ਤੇਰੀ ਤਨਖਾਹ ਵੀ ਅੱਛੀ ਭਲੀ, ਮੈਂ ਤੁਹਾਨੂੰ ਕਹਾਂ ਤੂੰ ਕਹੋ ਯਾਰ ਤੈਨੂੰ ਨਹੀਂ ਪਤਾ ਖਰਚੇ ਨਹੀਂ ਚੱਲਦੇ, ਮੈਂ ਕਹੂੰ ਯਾਰ ਤੇਰੀ ਇੰਨੀ ਤਨਖਾਹ, ਤੁਸੀਂ ਮੈਨੂੰ ਕਹੋ ਯਾਰ ਤੂੰ ਤਨਖਾਹ ਆਣਾ ਆ ਲੈ ਫੜ ਤੂੰ ਖਰਚਾ ਮੇਰਾ, ਤੂੰ 1 ਮਹੀਨਾ ਚਲਾ ਕੇ ਦੇਖ, ਤੂੰ ਚਲਾ ਕੇ, ਮੈਂ ਪੂਰੇ ਫੜਾ ਖਰਚਾ 1 ਲੱਖ 1.5 ਲੱਖ ਤੇਰੀ ਤਨਖਾਹ, ਤੇਰੇ ਕੋਲ ਚੱਲਣ ਕਿਉਂ ਨਹੀਂ ਦਿਆ, ਬਾਹਰ ਖਲੋਤਾ। ਹੁਣ ਤੁਸੀਂ ਮੈਨੂੰ ਫੜਾਤਾ ਖਰਚਾ ਘਰ, ਹੁਣ ਮੈਂ ਜਦੋਂ ਚਲਾਉਣ ਲੱਗਾ ਨਾ ਤੇ ਮੈਨੂੰ ਲੱਗ ਪਤਾ ਗਏ, ਜਦੋਂ ਮੈਂ ਅੰਦਰ ਗਿਆ ਨਾ ਉਸ ਘਰ ਦੇ, ਮੈਂ ਦੇਖਿਆ ਵੀ ਇੱਥੋਂ ਵੀ ਟੁੱਟਾ, ਇੱਥੋਂ ਵੀ ਟੁੱਟਾ, ਮਤਲਬ ਵੀ ਖਰਾਬ ਆ, ਟੂਪਾਂ ਵੀ ਖਰਾਬ ਆ, 36 ਐਸੇ ਅਖਰਾਜਾਤ ਜਿਹੜੇ ਤੁਸੀਂ ਮੈਨੂੰ ਦੱਸੇ ਹੀ ਨਹੀਂ, ਹਿਡਨ। ਇਮਰਾਨ ਖਾਨ ਸਾਹਿਬ ਨੇ ਇਹ ਹੋਇਆ ਕਿ ਇਮਰਾਨ ਖਾਨ ਸਾਹਿਬ ਜਦੋਂ ਮੁਲਕ ਤੇ ਬਾਹਰ ਖੜੇ ਸੀ ਨਾ, ਜਿਹੜਾ ਇਹਨਾਂ ਨੇ ਅੰਦਾਜ਼ਾ ਲਾਇਆ ਸੀ ਨਾ, ਕੰਮ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਵਧਿਆ ਪਿਆ ਸੀ। ਇਮਰਾਨ ਖਾਨ ਸਾਹਿਬ ਨੇ ਆਪਣੇ ਹਿਸਾਬ ਦਾ ਅੰਦਾਜ਼ਾ ਲਾ ਕੇ ਕੌਮ ਨੂੰ ਵਾਅਦੇ ਵੀ ਕਰ ਲਏ, ਕਿਉਂਕਿ ਥੋੜਾ ਜਿਹਾ ਜਜ਼ਬਾਤੀ ਵੀ ਤੇ ਹੈ ਨਾ, ਮਤਲਬ ਕਾਫੀ ਜਜ਼ਬਾਤੀ ਨੇ, ਔਰ ਉਹ ਕਿਉਂਕਿ ਦਿਲ ਦੇ ਮੇਰੇ ਹਿਸਾਬ ਨਾਲ ਇਹਨਾਂ ਨਾਲੋਂ ਬਹੁਤ, ਬਾਕੀ ਨਾਲੋਂ ਬਹੁਤ ਅੱਛੇ ਨੇ, ਕਰਪਟ ਵੀ ਨਹੀਂ। ਉਹਨਾਂ ਨੇ ਸਮਝਿਆ ਕਿ ਉਹਨਾਂ ਨੇ ਹਿਸਾਬ ਲਾਇਆ ਕਿ ਅੱਛਾ ਇਹ ਰੌਲੇ ਨੇ, ਇਹ ਕੰਮ ਇੱਥੇ ਤੇ ਖਰਾਬੀ ਨੂੰ ਮੈਂ ਇੱਦਾਂ ਠੀਕ ਕਰਾਂਗਾ, ਲਓ ਜੀ 6 ਮਹੀਨੇ 'ਚ ਮੈਂ ਸਾਰਾ ਆਪਣੇ ਹਿਸਾਬ ਨਾਲ ਕਰ ਲਿਆ। ਜਦੋਂ ਉਹ ਉਸ ਘਰ ਦੇ ਅੰਦਰ ਵੜੇ ਨੇ, ਉਹਨਾਂ ਨੂੰ ਸਰਬਰਾਹੀ ਮਿਲੀ ਹੈ, ਉਹਨਾਂ ਦੇ 'ਚ ਖਰਚਾ ਆਇਆ ਹੈ, ਉਹਨਾਂ ਦੇ ਸਾਹਮਣੇ ਸਾਰਾ ਦਰੋ ਦੀਵਾਰ ਦੀ ਟੁੱਟ ਭੱਜ ਆਈ ਹੈ, ਉਹਨਾਂ ਨੇ ਕਿਹਾ ਇਹ ਤਾਂ ਕੰਮ ਹੈਗਾ 10 ਸਾਲਾਂ ਦਾ, ਮੈਂ ਤਾਂ 6 ਮਹੀਨੇ ਦਾ ਕਹਿਤਾ। ਹੁਣ ਉਹ ਮੂੰਹ ਕੱਢ ਬੈਠੇ ਸੀ, ਹੁਣ ਆਵਾਮ ਕਹਿ ਰਹੀ ਤੁਸੀਂ 6 ਮਹੀਨੇ ਦਾ ਕਿਹਾ ਸੀ। ਹੁਣ ਉਹ ਇਹ ਤਾਂ ਨਹੀਂ ਕਿ ਅਸਲ 'ਚ ਉਹਨਾਂ ਨੂੰ ਵਿਚਾਰਿਆਂ ਨਾਲ ਇਹ ਹੋਇਆ ਕਿ ਜਦੋਂ ਉਹਨਾਂ ਨੇ ਜਾ ਕੇ ਸੀਟ ਸੰਭਾਲੀ ਨਾ, ਉਹਨਾਂ ਨੂੰ 10 ਗੁਣਾ ਜ਼ਿਆਦਾ ਵਿਗਾੜ, ਜਿਹੜਾ ਨਾ ਜਿਹਨੂੰ ਪੰਜਾਬੀ 'ਚ ਕਹਿੰਦੇ ਵਿਗਾੜ, ਉਹ ਵਿਗਾੜ ਉਹਨਾਂ ਨੂੰ ਸੀਟ ਤੇ ਬਹਿ ਕੇ ਨਜ਼ਰ ਆਇਆ। ਤੁਸੀਂ ਉਹ ਬਾਹਰ ਖੜੇ ਜੋ ਸੋਚਦੇ ਸੀ ਨਾ, ਉਹ ਉਹਦੇ ਤੋਂ ਕਿਤੇ ਜ਼ਿਆਦਾ ਕੰਮ ਖਰਾਬ ਸੀ। ਉਹ ਜਦੋਂ ਅੰਦਰ ਜਾ ਕੇ ਬੈਠੇ ਨੇ ਤੇ ਉਹਨਾਂ ਦੇ ਸਾਹਮਣੇ ਆਇਆ, ਉਹ ਵਿਚਾਰੇ ਮਜਬੂਰ ਹੋ ਗਏ। ਇਹ ਜੈਨੂਇਨ ਗੱਲ ਤੁਹਾਨੂੰ ਮੈਂ ਦੱਸ
ਇਹ ਤੁਸੀਂ ਬੜੀ ਜ਼ਬਰਦਸਤ ਔਰ ਜੈਨੂਇਨ ਔਰ ਮੈਂ ਕਹਿ ਰਿਹਾ ਦੇ ਜਾਣਾ serious ਗੱਲ ਨਹੀਂ, ਤੁਸੀਂ ਦੇ ਮੈਂ ਦਿੱਤੀ ਇੱਕ ਗੱਲ ਦੇ ਜਾਣਾ ਤੁਸੀਂ ਗੱਲ ਦੇ ਦਿੱਤੀ ਹੈ ਤੇ ਜਿਵੇਂ ਆਸਾਨ ਲਫ਼ਜ਼ਾਂ 'ਚ ਤੁਸੀਂ ਦਿੱਤੀ ਹੈ ਨਾ ਗੱਲ ਹਾਂਜੀ। ਕਿ ਬਾਹਰ ਖੜੇ ਸੀ ਖਰਚਾ ਲਿਆ ਤੇ ਅੰਦਰ ਵੜੇ ਤੇ ਇਹ ਮੈਂ ਸਮਝਦਾ ਪਬਲਿਕ ਨੂੰ ਸਮਝ ਆ ਹੀ ਗਈ ਆ ਹੋਣੀ ਗਈ, ਕਿ ਹਾਂ। ਬੰਦਾ ਵੜਿਆ ਸੀ ਘਰ ਚਲਾਉਣ, ਅੱਗੋਂ ਵਾਸ਼ਰੂਮ ਵੀ ਖਰਾਬ ਸਨ, ਟੂਟੀਆਂ ਵੀ ਹਾਂ। ਖਰਾਬ ਸਨ, ਛੱਤ ਵੀ ਪੁੱਟੀ ਹਾਂ, ਪਈ ਸੀ, ਬਿਲਕੁਲ। ਬਲਬ ਵੀ ਫਿਊਜ਼ ਸਨ, ਬਿਲਕੁਲ। ਫ੍ਰਿਜ ਵੀ ਨਹੀਂ ਸੀ, ਹਾਂ। ਪੱਖੇ ਵੀ ਲੈਣੇ ਪੈ ਗਏ, ਉਹ ਉੱਥੇ ਫਸ ਗਿਆ। ਉਹਨੇ ਕਿਹਾ ਜੀ ਲੱਖ ਰੁਪਇਆ ਤਨਖਾਹ ਵਾ, ਪਹਿਲੇ ਤੇ 10 ਮਹੀਨੇ ਦੀ ਤਨਖਾਹ ਸਿਰਫ ਘਰ ਦੀ ਅਛਾਈ ਉਹ ਠੀਕ ਕਰਨ ਤੇ ਲੱਗਣੀ ਤੇ ਖਰਚਾ ਕਿੱਥੋਂ ਕਰਨਾ। ਉਹਨੇ ਫਿਰ ਕੀ ਕੀਤਾ, ਉਹਨੇ ਸਾਰਿਆਂ ਨੂੰ ਕਿਹਾ ਖਰਚਾ ਘਟਾਓ, ਜਿਹਦਾ 1000 ਰੁਪਇਆ ਮਹੀਨੇ ਦਾ ਖਰਚਾ ਉਹਨੂੰ ਮੈਂ 300 ਦੇਵਾਂਗਾ। ਉਹ 1000 ਵਾਲਿਆਂ ਨੇ ਚੀਕਣਾ ਕਿ ਨਹੀਂ ਜਿਹਨੂੰ 300 ਮਿਲਣਾ। ਉਹ ਕਿਉਂ? ਉਹਨੇ ਕਿਹਾ ਛੱਤ ਵੀ ਡਿੱਗ ਸਕਦੀ ਹੈ, ਸਾਰੇ ਹੀ ਮਰ ਜਾਣਗੇ, ਮੈਂ ਛੱਤ ਵੀ ਠੀਕ ਕਰਾਉਣੀ ਹੈ। ਮਰਨ ਨਾਲੋਂ ਚੰਗਾ ਨਹੀਂ ਕਿ 300 ਕਰ ਲਓ। ਇਮਰਾਨ ਖਾਨ ਸਾਹਿਬ ਛੱਤਾਂ ਠੀਕ ਕਰ ਰਹੇ ਨੇ, ਦੀਵਾਰਾਂ ਠੀਕ ਕਰ ਰਹੇ ਨੇ, ਉੱਤੇ ਨਾ ਆ ਜਾਣ ਸਾਡੇ। ਮੈਂ ਬੋਲਣ ਲੱਗਾ ਵਿੱਚ, ਮਾਫੀ ਦੇਣਾ ਜੀ। ਉਹ ਕਹਿੰਦੇ ਸਰ ਮੈਂ ਆ ਕੇ ਨਾ ਪੁਲਿਸ ਨੂੰ ਠੀਕ ਕਰਾਂਗਾ। ਤੁਸੀਂ ਚੁੱਕ ਕੇ ਰੋਡ ਤੇ ਕਰਦੇ ਹੋ ਨਾ ਸ਼ੋਅ ਤੇ ਆਉਂਦਿਆਂ ਜਾਂਦਿਆਂ ਨਾਕਿਆਂ ਸ਼ਾਕਿਆਂ ਤੇ ਪੁਲਿਸ ਨਾਲ, ਤੇ ਪੁਲਿਸ ਵੀ ਕੋਈ ਠੀਕ ਹੋਈ ਹੈ? ਅਸਰ ਹੋਇਆ ਪੁਲਿਸ ਨੂੰ ਕਿ ਖਾਨ ਆ ਗਿਆ? ਸਰ ਇੱਕ ਗੱਲ ਹੈਗੀ ਹੈ, ਆਹੋ। ਇਸ ਬੰਦੇ ਦਾ ਡਰ ਜ਼ਰੂਰ ਪੈ ਗਿਆ ਇਹਨੂੰ, ਅੱਛਾ, ਇਹਨਾਂ ਇਦਾਰਿਆਂ ਨੂੰ। ਇਦਾਰਿਆਂ ਨੂੰ ਇਹ ਮੈਂ ਤੁਹਾਨੂੰ ਗੱਲ ਦੱਸ ਦਿਆਂ, ਗੈਬਾਨਾ ਇੱਕ ਡਰ ਜ਼ਰੂਰ ਪੈ ਗਿਆ ਹੈ। ਇੱਕ ਬੰਦਾ ਅਗਰ ਰਿਸ਼ਵਤ ਲੈ ਰਿਹਾ ਨਾ, ਇੱਕ ਦੌਰ 'ਚ ਉਹਨੂੰ ਡਰ ਹੀ ਨਹੀਂ ਸੀ ਹੁੰਦਾ, ਉਹਨੂੰ ਵੀ ਨਹੀਂ ਸੀ ਡਰ ਹੁੰਦਾ ਕਿ ਸਦਰ ਤੱਕ ਵੀ ਗੱਲ ਚਲੀ ਗਈ ਨਾ ਆ ਤੇ ਕੁਝ ਨਹੀਂ ਹੋਣਾ ਕਿ ਸਾਦਕ ਸਹਿਨ ਨੇ ਲੱਖ ਰੁਪਏ ਰਿਸ਼ਵਤ ਲਈ, ਕੋਈ ਭਾਰ ਨਹੀਂ। ਹੁਣ ਚਾਹੇ ਇਮਰਾਨ ਖਾਨ ਨੂੰ ਪਤਾ ਲੱਗੇ ਨਾ ਲੱਗੇ, ਲੇਕਿਨ ਇੱਕ ਡਰ ਉਹਦੇ ਅੰਦਰ ਜ਼ਰੂਰ ਹੁੰਦਾ ਹੈ। ਇਹ ਮੈਂ ਦੇਖਿਆ ਹੈ। ਕਿ ਕਿਧਰੇ ਫੜਿਆ ਗਿਆ ਤੇ ਉੱਡ ਜਾ। ਓਏ ਹੋਏ ਹੋਏ, ਮਾਫੀ ਨਹੀਂ ਗਈ, ਇਹ ਡਰ ਉਹਦੇ ਅੰਦਰ ਜ਼ਰੂਰ ਹੈਗਾ। ਜਾਨੀ ਸਾਹਿਬ, ਇੱਕ ਆਖਰੀ ਕੁਐਸਚਨ ਹੈ, ਅਸੀਂ ਥੋੜਾ ਜਿਹਾ ਸੀਰੀਅਸ ਹੋ ਗਏ ਹਾਂ। ਜੀ ਜੀ। ਮੈਂ ਅਗਰ ਸਾਫੀ ਨਾ ਹੁੰਦਾ ਤੇ ਮੈਂ ਸਾਰਿਆਂ ਦਾ ਮੂੰਹ ਪੁੱਛਿਆ ਨਾ ਤੁਹਾਡੇ ਕੋਲ, ਜੀ, ਤੁਹਾਨੂੰ ਜੀ। ਕੀ ਲੱਗਦਾ ਤੇ ਮੈਂ ਕੀ ਹੁੰਦਾ ਫਿਰ? ਤੁਸੀਂ ਅਗਰ ਸਾਫੀ ਨਾ ਹੁੰਦੇ, ਇਹ ਵੇਖੋ ਥੋੜਾ ਨਾ ਇਹਤਿਆਤ ਵੀ ਕਰਨਾ, ਕੈਮਰਾ ਵੀ ਹੈ, ਬਾਅਦ ਚ ਵੀ ਦੱਸ ਸਕਦੇ ਹੋ। ਤੁਹਾਡਾ ਨਾਮ, ਪੂਰਾ ਨਾਮ ਕੀ ਹੈ? ਹਾਮਿਦ ਬਹਿਲੋਲ। ਬਹਿਲੋਲ। ਦੇਖੋ ਅਗਰ ਕੋਈ ਐਸੀ ਵੈਸੀ ਗੱਲ ਹੈ ਨਾ ਬਹਿਲੋਲ ਜੋ ਕੈਮਰੇ ਜ਼ਾਦਾ ਇੱਕ, ਜੀ ਹਾਂ ਜੀ, ਇਹ ਮਤਲਬ ਇਹ ਕੋਈ ਇੱਕ ਕਾਸਟ ਹੈ ਜੀ। ਬਹਿਲੋਲ। ਜੀ ਹਾਂ ਜੀ। ਇੱਕ ਹੁੰਦਾ ਨਾ ਬਗਲੌਲ, ਨਹੀਂ ਉਹ ਅਸੀਂ ਵੈਸੇ ਕਿਸੇ ਮਾਸੂਮ ਜਿਹੇ ਬੱਚੇ ਹਾਂ, ਨੂੰ ਬਗਲੌਲ। ਇਹ ਬਹਿਲੋਲ। ਅੱਛਾ, ਇਹ ਬਹਿਲੋਲ। ਹਾਂ। ਅੱਛਾ, ਬਹਿਲੋਲ। ਅੱਛਾ, ਇਹ ਤੁਹਾਡੀ ਕਾਸਟ। ਥੋੜਾ ਜਿਹਾ ਮੇਰਾ ਖਿਆਲ ਕਰ ਲੈਣਾ ਤੇ ਬਈ ਦੱਸ ਦਿਓ। ਅੱਛਾ, ਤੁਸੀਂ ਅਗਰ ਇਹ ਨਾ ਹੁੰਦੇ, ਇਹ ਜਿਹੜਾ ਕਰਨਲਿਸਟ ਕੀ ਕਿਹਾ ਤੁਸੀਂ? ਮੈਂ ਜਰਨਲਿਸਟ। ਜਰਨਲਿਸਟ। ਹਾਂ। ਅੱਛਾ, ਜਰਨਲਿਸਟ ਤੁਸੀਂ ਨਾ ਹੁੰਦੇ ਤੇ ਤੁਸੀਂ ਕੀ ਹੋਣਾ ਸੀ? ਤੁਸੀਂ ਸਰ ਜਰਨਲਿਸਟ ਨਾ ਹੁੰਦੇ ਤੇ ਤੁਸੀਂ ਇੱਕ ਅੱਛੇ ਜਰਨਲਿਸਟ ਹੋਣਾ ਸੀ। ਅੱਛਾ, ਇਹ ਬੜੀ ਬਰੀਕ ਗੱਲ ਆ ਸਰ, ਵੈਸੇ। ਇਹ ਤੁਸੀਂ ਬਾਅਦ ਚ ਸੋਚਣੀ ਹੈ ਜ਼ਰੂਰ। ਨਹੀਂ ਤੇ- ਸਰ, ਤੇ- ਜੇ ਤੁਸੀਂ ਜਰਨਲਿਸਟ ਨਾ ਹੁੰਦੇ, ਕਿਉਂਕਿ ਕਿਸੇ ਨੇ ਉਹੀ ਹੋਣਾ ਹੁੰਦਾ ਜੋ ਹੁੰਦਾ ਹੈ। ਇਹ ਕੋਈ ਗੱਲ ਨਹੀਂ ਹੁੰਦੀ, ਇਹ ਤੁਸੀਂ ਜਰਨਲਿਸਟ ਹੀ ਹੋਣਾ ਸੀ ਔਰ ਤੁਸੀਂ ਉਹੀ ਜੇ। ਅਗਰ ਤੁਸੀਂ ਨਾ ਹੁੰਦੇ ਤੇ ਤੁਸੀਂ ਸਰ ਇੱਕ ਖੂਬਸੂਰਤ ਤੁਹਾਡਾ ਇੱਕ ਕਾਊਂਟਰ ਹੋਣਾ ਸੀ ਈਜ਼ੀ ਪੈਸੇ ਦਾ, ਲక్ష్ਮੀ ਚੌਂਕ ਦੇ ਕਿਤੇ ਕੋਲ। 2000 ਰੁਪਇਆ ਤੁਸੀਂ ਸਵੇਰ ਨੂੰ ਈਜ਼ੀ ਲੋਡ ਕਰਾਇਆ ਕਰਨਾ ਸੀ ਆਪਣੇ ਮੋਬਾਈਲਾਂ 'ਚ। ਚਲੋ ਮੈਂ ਕਹਿੰਦਾ ਇੱਕ ਗੱਲ ਨੂੰ ਛੱਡ ਦਈਏ। ਦੇਖੋ ਗੱਲ ਸੁਣੋ। ਅੱਛਾ, ਥੋੜਾ ਤੁਸੀਂ ਮੇਰੇ ਸਟੂਡੀਓ 'ਚ ਆਇਓ, ਗੱਲ ਤਾਂ ਸੁਣੋ। ਤੁਹਾਡੀ ਦੁਕਾਨ ਹੋਣੀ ਗੱਲ ਸੀ। ਤੇ ਮੇਰੀ ਸੁਣੋ, ਮੇਰੀ ਗੱਲ ਤੇ। ਮੋਬਾਈਲਾਂ ਦੀ ਦੁਕਾਨ ਕਰ ਫਜ਼ਲੁਰ ਰਹਿਮਾਨ ਦੀ ਮੈਂ ਗੱਲ ਕਰਨਾ ਚਾਹ ਰਿਹਾ ਸੀ ਕਿ ਉਹ ਕਹਿੰਦੇ ਸਨ ਮੈਨੂੰ ਸਦਰ ਬਣਾ ਦਿਓ ਧਰਨੇ ਤੇ, ਮੈਨੂੰ ਵਜ਼ੀਰ ਆਜ਼ਮ ਬਣਾਓ ਤੇ ਮੈਂ ਤਦ ਜਾ। ਸਰ ਤੁਸੀਂ ਹਾਰ ਰੋਡ ਤੇ ਨਾ ਅੱਗੇ ਐਨਕਾਂ ਲਾਈਆਂ ਹੋਣੀਆਂ ਸੀ ਫੱਟੇ ਦੇ ਬਹੁਤ। ਸਰ ਮੇਰੀ ਗੱਲ ਤਾਂ ਸੁਣ ਲਓ, ਇਸ ਗੱਲ ਨੂੰ ਛੱਡ ਦਿਓ, ਮੈਂ ਫਜ਼ਲੁਰ ਰਹਿਮਾਨ ਦੀ ਗੱਲ ਕਰ ਰਿਹਾ ਸਰ। ਫਜ਼ਲੁਰ ਰਹਿਮਾਨ ਨੇ ਵੀ ਇੱਥੋਂ ਐਨਕਾਂ ਲੈ ਸਕਦਾ ਸੀ, ਉਹ ਵੀ ਆ ਸਕਦਾ ਸੀ ਦੇਖਣ। ਸਰ ਤੁਸੀਂ ਸਰ, ਮੇਰਾ ਮੈਂ ਖੜਾ ਤੁਹਾਨੂੰ ਛੱਡ ਦਿਓ। ਤੁਸੀਂ ਪਾਟੀ ਚੌਕ 'ਚ ਨਗ ਵੇਚਣੇ ਸੀ ਅਲਮਾਰੀ ਸਰ ਦਾ। ਤੁਸੀਂ ਮੈਨੂੰ ਤਾਂ ਛੱਡ। ਸਰ ਵੇਖੋ ਕੈਮਰਾ ਜੇ ਕੀ ਕਰਦੇ ਹੋ? ਤੇ ਕੈਮਰਾ ਹੀ ਹੈ, ਮੈਂ ਕਿਹੜਾ ਕਹਿ ਰਿਹਾ ਸਰ ਸਰ। ਮੇਰੇ ਮਹਿਮਾਨ ਹੋ ਤੁਸੀਂ, ਮੈਂ ਤੁਹਾਨੂੰ ਬੁਲਾਇਆ। ਓਕੇ ਸਰ, ਤੁਸੀਂ ਆਪ ਹੀ ਸਵਾਲ ਕੀਤਾ ਸੀ। ਉਹ ਮੇਰੀ ਮੱਤ ਵੱਜ ਗਈ ਸੀ। ਓਕੇ ਹਾਂ ਸਰ, ਫਜ਼ਲੁਰ ਰਹਿਮਾਨ ਸਰ, ਆਖਰੀ। ਤੁਸੀਂ ਕਦੀ ਦੇਖਿਆ ਸਾਈਕਲਾਂ ਦੇ ਪਿੱਛੇ ਡੱਬਾ ਰੱਖ ਕੇ ਚੂਚੇ ਰੰਗ ਬਰੰਗੇ ਵੇਚ ਰਹੇ ਹੁੰਦੇ ਨੇ? फजल रहमान ने वो करना सी। नहीं नहीं, वो तो ਤੁਹਾਨੂੰ ਬਹੁਤ ਪੈਸੇ ਬਚਣੇ। थैंक यू वेरी मच। आपने सज्जाद जानी साहब की गुफ्तगू सुनी। इस वक्त पाकिस्तान की कॉमेडी की अगर बात हो और सज्जाद जानी का जिक्र ना हो, ये मुमकिन ही नहीं है। जिस तरह लाइटर मूड में उन्होंने पाकिस्तानी पॉलिटिक्स को डिस्क्राइब किया है और उसकी वजाहत की है, वो मैं आई थिंक सो कि आप लोग इंजॉय करेंगे। और ये मेरे बहुत अच्छे दोस्त भी हैं। आज मेरी स्पेशल रिक्वेस्ट पे ये अपने शहर से यहाँ तशरीफ़ लाए। आइंदा भी मैं कोशिश करूँगा कि इसी तरह के सेशंस जो हैं IJS के स्टूडियोज़ में इनके साथ जारी रखे जाएँ। कीप वॉचिंग IJS। थैंक यू, बहुत शुक्रिया, थैंक यू।